Good morning, students. In this session, we will discuss about the topic that is the active and passive voice, and this is your chapter in your seventh class book. So let's get started. So first, we have to know that what is the active voice. ਐਕਟਿਵ ਵੋਇਸ ਉਹ ਹੁੰਦਾ ਆ ਬੱਚੇ ਜਦੋਂ ਸੈਂਟੈਂਸ ਦੇ ਵਿੱਚ ਸਾਰੇ ਨਾਲ ਪਹਿਲਾਂ ਸਬਜੈਕਟ ਆ ਰਿਹਾ ਹੁੰਦਾ ਫਿਰ ਐਕਸ਼ਨ ਐਂਡ ਆਫਟਰ ਦੈਟ ਜਿਹੜਾ ਹੁੰਦਾ ਆ ਓਬਜੈਕਟ ਫੋਰ ਐਗਜ਼ਾਮਪਲ ਆਈ ਲਵ ਮਾਈ ਸਬਸਕ੍ਰਾਈਬਰਸ ਹੁਣ ਸਬਸਕ੍ਰਾਈਬਰਸ ਉਹੀ ਹੁੰਦੇ ਆ ਜਿਹੜੇ ਯੂਟਿਊਬ ਦੇ ਉੱਪਰ ਚੈਨਲ ਜਿਹੜੇ ਸਬਸਕ੍ਰਾਈਬ ਕਰਦੇ ਆ ਠੀਕ ਹੈ ਹੁਣ ਇਸ ਤਰੀਕੇ ਦੇ ਨਾਲ ਗੱਲ ਕਰ ਰਿਹਾ ਕਿ ਮੈਂ ਆਪਣੇ ਸਬਸਕ੍ਰਾਈਬਰ ਨਾਲ ਪਿਆਰ ਕਰਦਾ ਆ ਠੀਕ ਹੈ ਹੁਣ ਆਏ ਇਹਦੇ ਵਿੱਚ ਇੱਕ ਪਰਸਨ ਆ ਠੀਕ ਹੈ ਜਾਂ ਫੋਰ ਐਗਜ਼ਾਮਪਲ ਮੈਂ ਆਪਣੀ ਹੀ ਗੱਲ ਕਰਾਂ ਹੁਣ ਪਰਸਨ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਆਈ ਲਵ ਮੀਨਸ ਪਿਆਰ ਕਰਨਾ ਮਾਈ ਸਬਸਕ੍ਰਾਈਬਰਸ ਮੀਨਸ ਜਿਹੜੇ ਉਹਨਾਂ ਦੇ ਯੂਟਿਊਬ 'ਤੇ ਫੋਲੋਵਰਸ ਆ ਠੀਕ ਹੈ ਜਿਨ੍ਹਾਂ ਨੇ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਆ ਠੀਕ ਹੈ ਇਸ ਤਰੀਕੇ ਦੇ ਨਾਲ ਇਹ ਸਟਰਕਚਰ ਜਿਹੜਾ ਵਾ ਨਾ ਐਕਟਿਵ ਵੋਇਸ ਦਾ ਬਣ ਜਾਂਦਾ ਜਿਹਦੇ ਵਿੱਚ ਸਾਰਿਆਂ ਨਾਲ ਪਹਿਲਾਂ ਸਬਜੈਕਟ ਹੁੰਦਾ ਫਿਰ ਵਰਬ ਹੁੰਦੀ ਆ ਐਂਡ ਦੈਨ ਆਫਟਰ ਐਟ ਦ ਲਾਸਟ ਇਜ਼ object. This is the complete structure of that. Next is the passive voice. ਪੈਸਿਵ ਦਾ ਕੀ ਮਤਲਬ ਹੁੰਦਾ ਪੈਸਿਵ ਦਾ ਮਤਲਬ ਹੁੰਦਾ ਇਹੀ ਚੀਜ਼ਾਂ ਜਿਹੜੀਆਂ ਬੈਕਵਰਡ ਆ ਜਾਂਦੀਆਂ ਮਤਲਬ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਆਬਜੈਕਟ ਆ ਜਾਏਗਾ ਫਿਰ ਵਿਚਕਾਰ ਤੁਹਾਡਾ ਐਕਸ਼ਨ ਰਹਿਣਾ ਹੈ ਅਤੇ ਜਿਹੜਾ ਸਬਜੈਕਟ ਆ ਐਂਡ 'ਤੇ ਚੱਲ ਜਾਏਗਾ ਹੁਣ ਇਹ ਬੈਕਵਰਡ ਹੋ ਗਿਆ ਨਾ ਸਾਰਾ ਸਟਰਕਚਰ ਜਿੱਦਾਂ ਆਪਾਂ ਐਕਟਿਵ 'ਚ ਪੜ੍ਹਿਆ ਸੀ ਠੀਕ ਹੈ ਪਹਿਲਾਂ ਫੋਰਵਰਡ ਨੂੰ ਜਾ ਰਹੇ ਸੀਗੇ ਐਰੋਜ਼ ਹੁਣ ਬੈਕਵਰਡ ਆ ਰਹੇ ਆ ਠੀਕ ਹੈ ਸਾਰਿਆਂ ਨਾਲੋਂ ਪਹਿਲਾਂ ਆਬਜੈਕਟ ਹੁੰਦਾ ਫਿਰ ਐਕਸ਼ਨ ਦੈਨ ਸਬਜੈਕਟ ਆਈ ਲਵ ਮਾਈ ਸਬਸਕ੍ਰਾਈਬਰਸ ਹੁਣ ਇਹੀ ਵਾਲਾ ਜਿਹੜਾ ਹੈਗਾ ਸੈਂਟੈਂਸ ਇਹਨੂੰ ਆਪਾਂ ਪੈਸਿਵ ਦੇ ਵਿੱਚ ਲਿਖਣਾ ਹੈ ਕਿੱਦਾਂ ਲਿਖਾਂਗੇ ਜਿਹੜਾ ਐਕਟਿਵ ਹੁੰਦਾ ਉਹ 'ਚ ਆਪਾਂ ਸਬਜੈਕਟ ਲਿਖਦੇ ਪਹਿਲਾਂ ਫਿਰ ਵਰਬ ਫਿਰ ਓਬਜੈਕਟ ਪੈਸਿਵ 'ਚ ਆਪਾਂ ਕੀ ਕਰਨਾ ਵਾ ਸ਼ਫਲਿੰਗ ਕਰ ਦੇਣੀ ਪਹਿਲਾਂ ਸਬਜੈਕਟ ਐਂਡ ਓਬਜੈਕਟ ਦੀ ਅਤੇ ਸਬਜੈਕਟ ਤੋਂ ਪਹਿਲਾਂ ਲਗਾ ਦੇਣਾ ਇੱਕ ਵਰਡ ਬਾਏ ਅਤੇ ਬਾਅਦ ਵਿੱਚ ਵਰਬ ਜਿਹੜਾ ਆ ਵਰਬ ਦੀ ਫੋਰਮ ਬਣਾ ਦੇਣੀ ਆਪਾਂ ਥਰਡ ਇੰਨੀ ਗੱਲ ਯਾਦ ਰੱਖਿਓ ਕਿ ਵੋਇਸ ਜਿਹੜਾ ਮਰਜ਼ੀ ਆ ਉਹਦੇ ਵਿੱਚ ਵਰਬ ਦੀ ਥਰਡ ਫੋਰਮ ਹੀ ਲੱਗਣੀ ਕੋਈ ਫੋਰ ਫੋਰਮ ਨਹੀਂ ਲੱਗਣੀ ਇਹ ਗੱਲ ਤਾਂ ਯਾਦ ਰੱਖਿਓ ਠੀਕ ਹੈ ਹੁਣ ਪੈਸਿਵ ਦਾ ਸਟਰਕਚਰ ਕੀ ਬਣ ਗਿਆ ਮਾਈ ਸਬਸਕ੍ਰਾਈਬਰ ਓਬਜੈਕਟ ਸੀ ਅੱਗੇ ਆ ਗਿਆ ਆਰ ਲਵਡ ਬਾਏ ਮੀ ਆਈ ਦਾ ਬਣ ਗਿਆ ਮੀ ਠੀਕ ਹੈ ਓਬਜੈਕਟ ਵਰਬ ਦੀ ਥਰਡ ਫੋਰਮ ਅਤੇ ਸਬਜੈਕਟ ਆਰ ਜਿਹੜਾ ਇਹਦੇ ਵਿੱਚ ਇਸ ਕਰਕੇ ਆਇਆ ਬੱਚੇ ਇਹ ਜਿਹੜਾ ਸੈਂਟੈਂਸ ਹੈਗਾ ਸੀ ਪ੍ਰੈਜੈਂਟ ਇਨਡੈਫੀਨੇਟ ਅਤੇ ਪ੍ਰੈਜੈਂਟ ਇਨਡੈਫੀਨੇਟ ਜਿਹੜਾ ਹੁੰਦਾ ਨਾ ਉਹਦੇ ਵਿੱਚ ਇਜ਼ ਐਮ ਆਰ ਵਾਲੀਆਂ ਜਿਹੜੀਆਂ ਵਾ ਹੈਲਪਿੰਗ ਵਰਬਸ ਲੱਗਣੀਆਂ ਅਤੇ ਨਾਲ ਵਰਬ ਦੀ ਥਰਡ ਫੋਰਮ ਲੱਗ ਜਾਣੀ ਆ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਜਿਹੜਾ ਆ ਇਹਨੂੰ ਸਮਝ ਸਕਦੇ ਹੋ ਠੀਕ ਹੈ ਅਤੇ ਮੀਨਿੰਗ ਇਹਨਾਂ ਦੋਵਾਂ ਦੇ ਭਾਵੇਂ ਇਵੇਂ ਲਿਖ ਲਓ ਭਾਵੇਂ ਉਵੇਂ ਲਿਖ ਲਓ ਮੀਨਿੰਗ ਇਹਨਾਂ ਦੋਵਾਂ ਦੇ ਜਿਹੜੇ ਆ ਉਹ ਸੇਮ ਹੀ ਰਹਿਣੇ ਆ ਠੀਕ ਹੈ ਆਈ ਲਵ ਮਾਈ ਸਬਸਕ੍ਰਾਈਬਰਸ ਵੀ ਜਿਹੜਾ ਆ ਉਹ ਕੰਪਲੀਟਲੀ ਕਰੈਕਟ ਆ ਐਂਡ ਮਾਈ ਸਬਸਕ੍ਰਾਈਬਰਸ ਆਰ ਲਵਡ ਬਾਈ ਮੀ ਉਹ ਵੀ ਠੀਕ ਹੈ ਸਾਰਾ ਠੀਕ ਹੈ ਹੁਣ ਦੋ ਮੇਨ ਕੇਸਿਸ ਹੁੰਦੇ ਆ ਪੈਸਿਵ ਵੋਇਸ ਨੂੰ ਯੂਜ਼ ਕਰਨ ਦੇ ਉਹ ਕਿਹੜੇ ਕਿਹੜੇ ਹੋ ਸਕਦੇ ਆ ਵੈਨ ਯੂ ਡੋਂਟ ਨੋ ਦ ਸਬਜੈਕਟ ਐਟ ਆਲ ਜਦੋਂ ਤੁਸੀਂ ਸਬਜੈਕਟ ਬਾਰੇ ਜਾਣਦੇ ਹੀ ਨਹੀਂ ਹੋ ਸਟੀਵਸ ਵਾਇਲਟ ਵਾਸ ਸਟੋਲਨ ਮਤਲਬ ਕਿ ਸਟੀਵ ਦਾ ਜਿਹੜਾ ਬਟੂਆ ਉਹ ਚੋਰੀ ਹੋ ਚੁੱਕਾ ਆ ਕਿਹਨੇ ਕੀਤਾ ਆ ਸਬਜੈਕਟ ਡੂਅਰ ਆ ਨਾ ਕੰਮ ਕਰਨ ਵਾਲਾ ਕਿਹਨੇ ਕੀਤਾ ਇਹ ਨਹੀਂ ਪਤਾ ਠੀਕ ਹੈ ਅਤੇ ਇਸ ਤਰੀਕੇ ਨਾਲ ਸੈਂਟੈਂਸ ਕੰਪਲੀਟ ਹੈਗਾ ਆ ਸਬਜੈਕਟ ਤੋਂ ਬਿਨਾਂ ਜਦੋਂ ਆਪਾਂ ਪੈਸਿਵ ਵੋਇਸ 'ਚ ਲਿਖਦੇ ਹਾਂ ਆਲ ਦਾ ਕੁਕੀਜ਼ ਹੈਵ ਬੀਨ ਈਟਨ ਮਤਲਬ ਸਾਰੇ ਬਿਸਕਿਟ ਜਿਹੜੇ ਉਹ ਖਾਧੇ ਗਏ ਆ ਠੀਕ ਹੈ ਕਿੰਨੇ ਖਾਧੇ ਆ ਨਹੀਂ ਪਤਾ ਠੀਕ ਹੈ ਇਸ ਤਰੀਕੇ ਨਾਲ when you want to give more importance to the action rather than subject who perform the action ਇੱਕ ਉਹ ਕੇਸ ਹੁੰਦਾ ਜਦੋਂ ਆਪਾਂ ਐਕਸ਼ਨ ਦੇ ਉੱਪਰ ਜ਼ਿਆਦਾ ਜ਼ੋਰ ਦੇਣਾ ਹੁੰਦਾ ਵਾ ਅਤੇ ਜਿਹੜਾ ਸਬਜੈਕਟ ਉਹਨੂੰ ਘੱਟ ਇੰਪੋਰਟੈਂਸ ਦੇਣੀ ਹੋਵੇ ਅਤੇ ਐਕਸ਼ਨ ਨੂੰ ਜ਼ਿਆਦਾ ਦੇਣੀ ਹੋਵੇ ਸੋਲਰ ਪਲਾਂਟ ਵਿਲ ਬੀ ਬਿਲਡ ਇਨ ਗੁਜਰਾਤ ਸੋਲਰ ਪਲਾਂਟ ਜਿਹੜੇ ਆ ਉਹ ਬਣਾਏ ਗਏ ਗੁਜਰਾਤ ਵਿੱਚ ਕਿੰਨੇ ਬਣਾਏ ਡੂਅਰ ਦਾ ਕੁਛ ਦੱਸਿਆ ਨਹੀਂ ਹੈਗਾ ਬਟ ਬਿਲਡਿੰਗ ਦਾ ਜਿਹੜਾ ਇੱਕ ਐਕਸ਼ਨ ਆ ਉਹਦੇ ਉੱਪਰ ਜ਼ੋਰ ਜ਼ਿਆਦਾ ਦਿੱਤਾ ਗਿਆ ਆ ਠੀਕ ਹੈ ਨੈਕਸਟ ਹੈਗਾ ਦ ਰੋਡ ਇਜ਼ ਬੀਂਗ ਰਿਪੇਅਰਡ ਠੀਕ ਹੈ ਕਿ ਰੋਡ ਜਿਹੜਾ ਵਾ ਉਹ ਬਣ ਰਿਹਾ ਆ ਕੌਣ ਬਣਾ ਰਿਹਾ ਆ ਹੁਣ ਜਿਹੜਾ ਬਣਾ ਰਿਹਾ ਉਹਨੂੰ ਨਹੀਂ ਆਪਾਂ ਇੰਪੋਰਟੈਂਸ ਦੇਣੀ ਆਪਾਂ ਰੋਡ ਦੀ ਜਿਹੜੀ ਰਿਪੇਅਰਿੰਗ ਉਹਨੂੰ ਦੇ ਰਹੇ ਹਾਂ ਠੀਕ ਹੈ ਇੰਪੋਰਟੈਂਸ ਇਸ ਤਰੀਕੇ ਨਾਲ ਐਕਸ਼ਨ ਨੂੰ ਆਪਾਂ ਇੰਪੋਰਟੈਂਸ ਦਿੱਤੀ ਹੁਣ ਆਪਾਂ ਰਿਵਾਈਜ਼ ਕਰ ਲੈਂਦੇ ਹਾਂ ਰਿਵਾਈਜ਼ ਦੇ ਵਿੱਚ ਬੱਚੇ ਐਕਟਿਵ ਪੈਸਿਵ ਦਾ ਸਟਰਕਚਰ ਹੀ ਦੱਸਣਾ ਹੈ ਉਹਨਾਂ ਨੇ ਕਿ ਐਕਟਿਵ ਦੇ ਵਿੱਚ ਸਬਜੈਕਟ ਵਰਬ ਦੀ ਫਸਟ ਵਰਬ ਦੀ ਫੋਰਮ ਆ ਜਾਏਗੀ ਦੈਨ ਓਬਜੈਕਟ ਆ ਜਾਏਗਾ ਵਰਬ ਦੀ ਥਰਡ ਫੋਰਮ ਹੀ ਹਮੇਸ਼ਾ ਲੱਗਣੀ ਆ ਪੈਸਿਵ 'ਚ ਓਬਜੈਕਟ ਹੈਲਪਿੰਗ ਵਰਬ ਦੀ ਥਰਡ ਫੋਰਮ ਬਾਏ ਅਤੇ ਸਬਜੈਕਟ ਲੱਗ ਜਾਂਦਾ ਹੈ ਠੀਕ ਹੈ ਦਿਸ ਇਜ਼ ਦਾ ਕੰਪਲੀਟ ਸਟਰਕਚਰ ਜਿਹਨੂੰ ਤੁਸੀਂ ਧਿਆਨ ਵਿੱਚ ਰੱਖ ਕੇ ਚੱਲਣਾ ਹੈ ਜਦੋਂ ਆਪਾਂ ਐਕਟਿਵ ਪੈਸਿਵ ਕਰਨੇ ਨੇ ਲੈਟਸ ਸੀ ਸਮ ਐਗਜ਼ਾਮਪਲਸ Mayank repaired my car.
ਮੀਨਸ ਮਯੰਕ ਨੇ ਮੇਰੀ ਕਾਰ ਰਿਪੇਅਰ ਕੀਤੀ। ਠੀਕ ਹੈ, ਇਹ ਜਿਹੜਾ ਹੈਗਾ ਆ ਇਹ ਹੈਗਾ ਐਕਟਿਵ ਵੋਇਸ। ਪੈਸਿਵ 'ਚ ਕਿੱਦਾਂ ਕਰਨਾ, ਮਾਈ ਕਾਰ ਪਹਿਲਾਂ ਆ ਜਾਣੀ ਆ, ਮਯੰਕ ਐਂਡ 'ਤੇ ਚੱਲ ਜਾਣਾ, ਮਯੰਕ ਤੋਂ ਪਹਿਲਾਂ ਬਾਏ ਲੱਗ ਜਾਣਾ ਅਤੇ ਵਾਜ਼ ਰਿਪੇਅਰਡ। ਰਿਪੇਅਰਡ ਜਿਹੜਾ ਤੋਂ ਪਤਾ ਲੱਗਦਾ ਪਿਆ ਕਿ ਇਹ ਪਾਸਟ ਇੰਡੈਫੀਨੇਟ ਆ ਅਤੇ ਪਾਸਟ ਇੰਡੈਫੀਨੇਟ ਦੇ ਵਿੱਚ ਜਿਹੜੀ ਹੈਲਪਿੰਗ ਵਰਬ ਪੈਸਿਵ 'ਚ ਲੱਗਣੀ ਉਹ ਲੱਗਣੀ ਵਾਜ਼ ਵਰ। ਮਾਈ ਕਾਰ ਦੇ ਲਈ ਆਪਾਂ ਵਾਜ਼ ਲਗਾਉਣਾ ਸੀ। ਠੀਕ ਹੈ, ਅਤੇ ਜੇ ਕਾਰਜ਼ ਹੁੰਦੀਆਂ ਤਾਂ ਫਿਰ ਵਰ ਆ ਜਾਣਾ ਸੀ, ਕਾਰਜ਼ ਵਰ। ਠੀਕ ਹੈ, ਵਾਜ਼ ਵਰ ਦਾ ਤਾਂ ਤੁਹਾਨੂੰ ਯੂਜ਼ ਪਤਾ ਹੈ ਨਾ, ਵਾਜ਼ ਸਿੰਗਲ ਦਾ ਯੂਜ਼ ਹੁੰਦਾ ਅਤੇ ਵਰ ਜ਼ਿਆਦਿਆਂ ਦਾ ਯੂਜ਼ ਹੁੰਦਾ। ਠੀਕ ਹੈ, ਇਸ ਤਰੀਕੇ ਨਾਲ ਮਯੰਕ ਜਿਹੜਾ ਸਟਾਰਟਿੰਗ 'ਚ ਸੀਗਾ ਉਹ ਐਂਡ 'ਤੇ ਚਲਾ ਗਿਆ, ਕਾਰ ਐਂਡ 'ਤੇ ਸੀ ਉਹ ਪਹਿਲਾਂ ਆ ਗਈ। ਫੋਰਮ ਜਿਹੜੀ ਹੈ ਵਰਬ ਦੀ ਉਹ ਉੱਥੇ ਦੀ ਉੱਥੇ ਰਹੀ, ਬਸ ਨਾਲ ਹੈਲਪਿੰਗ ਵਰਬ ਲੱਗ ਜਾਣੀ ਆ ਅਤੇ ਵਰਬ ਦੀ ਮੇਨ ਵਰਬ ਨੇ ਥਰਡ ਰਹਿਣਾ ਆ। ਠੀਕ ਹੈ, ਫਸਟ ਸੈਂਟੈਂਸ ਵਿੱਚ ਸੈਕਿੰਡ ਫੋਰਮ ਸੀਗੀ ਅਤੇ ਜਿਹੜਾ ਪੈਸਿਵ ਸੀ ਉਹ 'ਚ ਥਰਡ ਬਣ ਗਈ। ਠੀਕ ਹੈ, ਫਸਟ ਥਰਡ ਸੈਕਿੰਡ ਅਤੇ ਥਰਡ ਫੋਰਮ ਸੇਮ ਹੀ ਹੁੰਦੀ ਰਿਪੇਅਰਡ ਦੀ। ਹੁਣ ਅਗਰ ਆਪਾਂ ਸਬਜੈਕਟ ਹਟਾ ਦਿੰਦੇ ਹਾਂ ਅਤੇ ਤਾਂ ਵੀ ਇਹ ਸੈਂਟੈਂਸ ਜਿਹੜਾ ਕੰਪਲੀਟ ਹੈ ਅਤੇ ਇੱਕ ਸੈਂਸ ਜਿਹੜੀ ਉਹ ਦੇ ਰਿਹਾ ਆ ਕਿ ਮਾਈ ਕਾਰ ਵਾਜ਼ ਰਿਪੇਅਰਡ। ਠੀਕ ਹੈ, ਹੁਣ ਕਨਵਰਸ਼ਨ ਕਰਨੀ ਆਪਾਂ, ਕਨਵਰਟ ਕਰਨਾ ਐਕਟਿਵ ਨੂੰ ਪੈਸਿਵ ਦੇ ਵਿੱਚ। 5 ਸਟੈਪਸ ਬੱਚੇ ਹੁੰਦੇ ਆ ਧਿਆਨ ਦੇ ਵਿੱਚ ਰੱਖਣ ਵਾਲੇ, ਉਹ ਕਿਹੜੇ ਕਿਹੜੇ ਹੋ ਸਕਦੇ ਆ। ਦ ਫਸਟ ਵਨ, ਆਈਡੈਂਟੀਫਾਈ। ਆਈਡੈਂਟੀਫਾਈ ਸਬਜੈਕਟ ਐਂਡ ਓਬਜੈਕਟ ਐਂਡ ਵਰਬ। ਸਬਜੈਕਟ ਓਬਜੈਕਟ ਅਤੇ ਵਰਬ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੈਂਟੈਂਸ ਵਿੱਚ ਕਿਹੜੇ ਕਿਹੜੇ ਆ। ਦੈਨ ਸਵੈਪ ਕਰਨਾ ਉਹਨਾਂ ਨੂੰ, ਸਬਜੈਕਟ ਦੀ ਜਗ੍ਹਾ 'ਤੇ ਓਬਜੈਕਟ ਨੂੰ ਲੈ ਜਾਣਾ, ਓਬਜੈਕਟ ਦੀ ਜਗ੍ਹਾ 'ਤੇ ਸਬਜੈਕਟ ਨੂੰ ਲੈ ਜਾਣਾ। ਅਤੇ ਜਿਹੜੀ ਵਰਬ ਦੀ ਕੋਈ ਵੀ ਫੋਰਮ ਹੋਵੇ ਸੈਂਟੈਂਸ ਵਿੱਚ ਉਹਨੂੰ ਜਿਹੜਾ ਵਾ ਥਰਡ ਫੋਰਮ ਬਣਾ ਦੇਣਾ। ਅਤੇ ਹੁਣ ਐਮ ਵੀ ਦਾ ਮਤਲਬ ਮੇਨ ਵਰਬ, ਹੈਲਪਿੰਗ ਵਰਬ ਦਾ ਮਤਲਬ ਐਚ ਵੀ ਦਾ ਮਤਲਬ ਹੈਲਪਿੰਗ ਵਰਬ। ਇਹਨਾਂ ਨੂੰ ਜਿਹੜਾ ਆ ਚੈੱਕ ਕਰਨਾ ਵਾ ਕਿ ਆਪਾਂ ਕਿੱਦਾਂ ਲਗਾਉਣੀ ਹੈ। ਠੀਕ ਹੈ, ਅਤੇ ਬਾਏ ਲਗਾ ਦੇਣਾ ਸਬਜੈਕਟ ਤੋਂ ਪਹਿਲਾਂ। ਔਰਡਰ ਬਣ ਜਾਣਾ ਤੁਹਾਡਾ ਓਬਜੈਕਟ, ਹੈਲਪਿੰਗ ਵਰਬ, ਮੇਨ ਵਰਬ, ਬਾਏ ਅਤੇ ਐਸ। ਠੀਕ ਹੈ, ਹੈਲਪਿੰਗ ਵਰਬ ਨੂੰ ਮੇਨ ਵਰਬ ਦੇ ਨਾਲ ਹੀ ਲਗਾਉਣਾ ਹੁੰਦਾ ਹੈ ਅਤੇ ਹੈਲਪਿੰਗ ਵਰਬ ਚੈੱਕ ਕਰਨਾ ਵਾ ਕਿ ਟੈਂਸ ਕਿਹੜਾ ਹੈ ਅਤੇ ਉਸ ਹਿਸਾਬ ਨਾਲ ਲਗਾਉਣੀ ਆ। ਵਾਈਲ ਚੇਂਜਿੰਗ ਸਬਜੈਕਟ ਵਿਚ ਇਜ਼ ਦਾ ਪ੍ਰੋਨਾਊਨ ਟੂ ਓਬਜੈਕਟ। ਹੁਣ ਇਹਦੇ ਵਿੱਚ ਬੱਚੇ ਕੀ ਹੁੰਦਾ ਹੈ ਕਿ ਜਿਹੜੇ ਸਬਜੈਕਟ ਜਦੋਂ ਆਪਾਂ ਓਬਜੈਕਟ ਦੀ ਜਗ੍ਹਾ 'ਤੇ ਲੈ ਕੇ ਜਾਣਾ ਨਾ, ਉਹ ਉੱਦਾਂ ਨਹੀਂ ਲਿਖ ਦੇਣੇ, ਆਪਾਂ ਥੋੜ੍ਹਾ ਚੇਂਜ ਕਰਕੇ ਲਿਖਣਾ। ਆਈ ਨੋ ਮੀ, ਹੀ ਨੋ ਹਿਮ, ਸ਼ੀ ਨੋ ਹਰ, ਵੀ ਨੋ ਅਸ ਅਤੇ ਦੇ ਨੋ ਦੈਮ। ਐਡ ਅ ਪ੍ਰੋਪਰ ਹੈਲਪਿੰਗ ਵਰਬ ਆਫ ਟੂ ਬੀ ਬਿਫੋਰ ਮੇਨ ਵਰਬ। ਹੁਣ ਇਹਦੇ ਵਿੱਚ ਇਹੀ ਦੱਸਿਆ ਵਾ ਕਿ ਆਪਾਂ ਜਿਹੜਾ ਵਾ ਹੈਲਪਿੰਗ ਵਰਬ ਜਿਹੜੀ ਆ ਉਹਦਾ ਪ੍ਰੋਪਰ ਯੂਜ਼ ਕਰਨਾ ਆ ਮੇਨ ਵਰਬ ਦੇ ਨਾਲ, ਅਤੇ ਉਹ ਕਿੱਦਾਂ ਹੋਏਗਾ। ਠੀਕ ਹੈ, ਹੁਣ ਚਾਰਟ ਦੇ ਵਿੱਚ ਟੈਂਸ ਲਿਖਣਾ ਹੈ ਸਭ ਤੋਂ ਪਹਿਲਾਂ ਕਿ ਸਿੰਪਲ ਪ੍ਰੈਜ਼ੈਂਟ ਟੈਂਸ ਨੂੰ ਜਿਹੜਾ ਵਾ ਕਿੱਦਾਂ ਚੇਂਜ ਕਰ ਸਕਦੇ ਹਾਂ। ਫਸਟ ਜਿਹੜਾ ਸੈਕਿੰਡ ਟੇਬਲ ਰੋ ਬਣੀ ਆ ਉਹ ਐਕਟਿਵ ਦੀ ਹੈ ਐਂਡ ਦ ਅਦਰ ਇਜ਼ ਪੈਸਿਵ ਵੋਇਸ। ਸਿੰਪਲ ਪ੍ਰੈਜ਼ੈਂਟ ਦੇ ਵਿੱਚ ਬੱਚੇ V1 ਅਤੇ SES ਲੱਗਿਆ ਹੁੰਦਾ, ਉਹਨੂੰ ਆਪਾਂ ਕੀ ਕਰਨਾ ਆ, ਉਹਦੇ ਵਿੱਚ ਜਦੋਂ ਚੇਂਜ ਕਰਨਾ ਤਾਂ ਇਜ਼ ਐਮ ਆਰ ਕਰਕੇ ਥਰਡ ਫਾਰਮ ਲਿਖ ਦੇਣੀ। ਫਿਰ ਪ੍ਰੈਜ਼ੈਂਟ ਕੰਟੀਨਿਊਸ ਦਾ ਅਗਰ ਟੈਂਸ ਆ ਨਾ, ਉਹ 'ਚ ਲੱਗਦਾ ਹੁੰਦਾ ਵਾ ਇਜ਼ ਐਮ ਆਰ ਅਤੇ ਨਾਲ ਵਰਬ ਦੀ ਫਸਟ ਫਾਰਮ 'ਤੇ ING। ਜਿੱਦਾਂ ਆਈ ਐਮ ਰਾਈਟਿੰਗ ਨੇ ਕਾਹ 'ਚ ਚੇਂਜ ਹੋ ਜਾਣਾ ਆ, ਆਈ ਐਮ ਰਾਈਟਿੰਗ। ਹੁਣ ਕੀ ਰਾਈਟ ਕਰ ਰਹੇ ਹੋਗੇ, ਲੈਟਰ। ਆ ਲੈਟਰ ਇਜ਼ ਬੀਂਗ ਰਿਟਨ ਆ ਜਾਣਾ। ਠੀਕ ਹੈ, ਉਸੇ ਤਰ੍ਹਾਂ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਹੈਵ ਲੱਗਦਾ, ਵਰਬ ਦੀ ਥਰਡ ਫਾਰਮ ਲੱਗਦੀ ਆ। ਸਭ ਤੋਂ ਸੌਖਾ ਪਰਫੈਕਟ ਹੁੰਦੇ ਆ, ਉਹਨਾਂ 'ਚ ਕੀ ਕਰਨਾ ਹੁੰਦਾ, ਹੈਵ ਜਿਹੜਾ ਉਹਨਾਂ ਨਾਲ ਬੀ ਨਹੀਂ ਲਗਾ ਦੇਣਾ ਵਾ ਅਤੇ ਬਾਕੀ ਸਾਰੇ ਦਾ ਸਾਰਾ ਸੈਂਟੈਂਸ ਹੋਵੇ। ਸਿੰਪਲ ਪਾਸਟ ਵਿੱਚ ਸੈਕਿੰਡ ਫਾਰਮ ਲੱਗ ਰਹੀ ਹੈ ਅਤੇ ਜਦੋਂ ਪੈਸਿਵ ਬਣਾਉਣਾ ਵਾਜ਼ ਵਰ ਲਾ ਕੇ ਥਰਡ ਫਾਰਮ ਲੱਗ ਜਾਣੀ ਆ। ਤੁਸੀਂ ਪੈਸਿਵ ਦੇ ਵਿੱਚ ਇਹ ਦੇਖ ਸਕਦੇ ਹੋ ਕਿ ਸਾਰਿਆਂ 'ਚ ਰਿਟਨ ਹੀ ਆ ਰਿਹਾ, ਮਤਲਬ ਤੀਸਰੀ ਫਾਰਮ ਲੱਗਣੀ ਹਰ ਹਾਲਤ ਵਿੱਚ। ਟ੍ਰਿਕ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਕਿ ਸਿੰਪਲ ਪ੍ਰੈਜ਼ੈਂਟ ਦੇ ਵਿੱਚ ਇਹ ਹੁੰਦਾ ਕਿ ਸਿੰਪਲ ਪ੍ਰੈਜ਼ੈਂਟਸ ਆਪਣੇ ਨਾਲ ਵਾਲੇ ਕੰਟੀਨਿਊਸ ਦੇ ਹੈਲਪਿੰਗ ਵਰਬਸ ਚੁੱਕ ਲੈਂਦਾ ਅਤੇ ਨਾਲ ਥਰਡ ਫਾਰਮ ਲਾ ਦਿੰਦਾ ਆ। ਕੰਟੀਨਿਊਸ 'ਚ ਕੀ ਹੁੰਦਾ ਆ, ਕੰਟੀਨਿਊਸ ਦੇ ਵਿੱਚ ਸਿਰਫ ਲੱਗਣਾ ਹੁੰਦਾ ਵਿਚਕਾਰ ਬੀਂਗ। ਠੀਕ ਹੈ, ਅਤੇ ਜਿਹੜਾ ਪਰਫੈਕਟ ਹੁੰਦਾ ਉਹਨਾਂ ਦੇ ਵਿੱਚ ਹੈਵ ਤੋਂ ਬਾਅਦ ਬੀਨ। ਠੀਕ ਹੈ, ਹੁਣ ਪਾਸਟ ਕੰਟੀਨਿਊਸ ਦੇ ਵਿੱਚ ਵੀ ਕੀ ਹੈ, ਵਾਜ਼ ਵਰ ਅਤੇ ਰਾਈਟਿੰਗ ਜਿਹੜਾ ਸੀ ਉਹਨੇ ਥਰਡ ਫਾਰਮ ਬਣ ਗਿਆ, ਨਾਲ ਬੀਂਗ ਲੱਗ ਗਿਆ। ਪਰਫੈਕਟ ਦੇ ਵਿੱਚ ਹੈਡ ਨਾਲ ਬੀਨ ਲੱਗ ਗਿਆ। ਸਿੰਪਲ ਫਿਊਚਰ ਜਿਹੜਾ ਸੀਗਾ ਉੱਥੇ ਵਿਲ ਦਾ ਵਿਲ ਵੀ ਬਣ ਗਿਆ, ਥਰਡ ਫਾਰਮ ਆ। ਐਂਡ ਫਿਊਚਰ ਦੇ ਵਿੱਚ ਵਿਲ ਹੈਵ ਲੱਗਾ, ਹੈਵ ਤੋਂ ਬਾਅਦ ਬੀਨ ਲੱਗ ਗਿਆ, ਬਾਕੀ ਉਵੇਂ ਦਾ ਉਵੇਂ ਰਿਹਾ। ਠੀਕ ਹੈ, ਇਸ ਮਤਲਬ ਈਜ਼ੀ ਆ, ਸਮਝਣ ਦੀ ਲੋੜ ਆ, ਬਸ ਇਹੀ ਹੈ ਕਿ ਤੁਹਾਨੂੰ ਵਰਬ ਪਹਿਲਾਂ ਆਉਣੀ ਚਾਹੀਦੀ ਆ, ਦੈਨ ਆਫਟਰ ਟੈਂਸਿਸ ਆਉਣੇ ਚਾਹੀਦੇ ਆ। ਵੀ ਡੂ ਨਾਟ ਯੂਜ਼ 4 ਟੈਂਸਿਸ ਵਾਈਲ ਕਨਵਰਟਿੰਗ ਫਰੋਮ ਐਕਟਿਵ ਟੂ ਪੈਸਿਵ। 4 ਤਰ੍ਹਾਂ ਦੇ ਜਿਹੜੇ ਹੁੰਦੇ ਨਾ ਪਰਫੈਕਟ ਕੰਟੀਨਿਊਸ, ਉਹਨਾਂ ਨੂੰ ਆਪਾਂ ਜਿਹੜਾ ਵਾ ਚੇਂਜ ਨਹੀਂ ਕਰ ਸਕਦੇ ਕਿਉਂਕਿ ਗ੍ਰਾਮੈਟੀਕਲੀ ਇਨਕਰੈਕਟ ਹੁੰਦੇ ਆ। ਠੀਕ ਹੈ, ਅਕੋਰਡਿੰਗ ਟੂ ਦਾ ਵੋਇਸਿਸ।
ठीक है। इस करके ਆਪਾਂ नहीं उन्होंने देखते। हुण सिंपल प्रेजेंट टेंस ਨੂੰ ਕਿੱਦਾਂ चेंज करना, एक्टिव 'ਚ जिद्दां लिखिया होया आ ही राइट्स अ लैटर। हुण राइट्स ਦਾ पता लगदा पिया वर्ब ਦੀ पहली फॉर्म ते SES ਲੱਗਿਆ ਆ, ठीक है। आइडेंटिफाई सारे नालों पहलां ਅਸੀਂ करना वा कि सबजैक्ट एक्शन एंड ऑब्जेक्ट किहड़ा आ। ही इज़ अ सबजैक्ट, लैटर इज़ अ ऑब्जेक्ट एंड राइट्स इज़ अ वर्ब और एक्शन। राइट्स इज़ अ वर्ब एंड अ लैटर इज़ अ ऑब्जेक्ट। ऑब्जेक्ट के उपर आप जिहदे उपर आप काम कर रहे होंगे आ, वो तुहाडा ऑब्जेक्ट हुंदा है, ठीक है। हुण स्वैप कर देना आ सबजैक्ट ते ऑब्जेक्ट दी आपां शफलिंग कर देनी, एक दूजे की जगह जिहड़ी आ आपां चेंज कर देनी। ही नूं ही नहीं लिखना, उन्होंने हिम लिखना आ। अ लैटर ही नूं आपां लिख दिता हिम, ठीक है। हिम तो पहला आपां लगा देना आ बाय। कन्वर्ट मेन वर्ब टू V3। हुण राइट्स लिखिया वा ते इनू तीसरी फॉर्म च लिख देना रिटन। फिर हैल्पिंग वर्ब ये अगे ऐड कर देनी। हुण राइट्स जिहड़ा वा इहदे नाल हैल्पिंग वर्ब इज़ एम आर जो जिहड़ी आउणी आ लैटर दे नाल इज़ आउणी सी। हुण एंड दे विच आपां की करना आ, द लास्ट रूल इज़ दैट एड प्रपोजिशन बाय वर्ड जिहड़ा वा वो आपां ऐड करता ते की बन गई साडी पैसिव वॉइस। अ लैटर इज़ रिटन बाय हिम, मीनिंग दोवां दा सेम ही आ। नैक्सट टेंस इज़ अ प्रेजेंट कंटीन्यूअस टेंस। कंटीन्यूअस दे विच बच्चे कुछ नहीं लगता, सिर्फ बीइंग लग जाता है तो थर्ड फॉर्म लग जाती, ठीक है। आइडेंटिफाई करो सब तो पहला सबजैक्ट दैट इज़ द जावेद, the verb is making and the object ਜਿਹਦੇ ਉੱਪਰ work ਹੋ ਰਿਹਾ that is the cake or object, okay। next is the swap ਕਰਨਾ ਹੈ ਇਹਨਾਂ ਨੂੰ। ਜਾਵੇਦ ਨੂੰ ਨਾਮ ਨਹੀਂ ਚੇਂਜ ਹੁੰਦਾ ਬੱਚੇ, ਨਾਮ ਦਾ ਨਾਮ ਉਵੇਂ ਦਾ ਉਵੇਂ ਰਹਿ ਜਾਣਾ। ਜਾਵੇਦ ਐਂਡ ਤੇ ਚਲ ਗਿਆ, ਕੇਕ ਪਹਿਲਾਂ ਆ ਗਿਆ। ਹੁਣ ਕਨਵਰਟ ਕਰਨਾ ਆ ਮੇਨ ਵਰਬ यानी मेकिंग ਨੂੰ थर्ड फॉर्म च मेड बन जाना। आफ्टर दैट हैल्पिंग वर्ब ऐड कर देनी, इज़ दा इज़ लगा के बींग ला देना तो जिहड़ा मेड आ आपां कर ही दिता चेंज। लास्ट से प्रपोजिशन ऐड करती बाय। अ केक इज़ बींग मेड बाय जावेद एंड दैट इज़ योर पैसिव वॉइस, करेक्ट। द नैक्सट टेंस इज़ प्रेजेंट परफेक्ट टेंस। परफेक्ट विच कुछ नहीं करना, हैज़ हैव तो बाद च बीन लगा देना हुंदा आ। हुण शफलिंग सब तो पहला आपां आइडेंटिफाई कर लेना, ठीक है। आए एंड ते चल गया, बर्गर पहला आ गया, आए दा मी बन जाना। हैव ईटन इज़ अ वर्ब, अ बर्गर इज़ अ ऑब्जेक्ट। बर्गर तुहाडा पहला आ जाना, अ बर्गर आए दा बन जाना तुहाडा मी, ठीक है। एंड ते मी लिखिया जाना। हुण ईटन थर्ड फॉर्म ऑलरेडी हैगी आ, ईटन नूं ईटन ही लिखना आ। हैव लिखिया आ, हैव नाल बीन ला दो तो तुहाडा सेंटेंस बन गया। एंड एट द लास्ट बाय लगा देना। अ बर्गर हैज़ बीन ईटन बाय मी, मैं बर्गर खा लिया या बर्गर मेरे द्वारा खाधा गया। बोथ द थिंग्स आर सेम, मीनिंग सेम आ। नैक्सट इज़ अ सिंपल पास्ट टेंस। एक्टिव दे विच की हुंदा आ, ही बॉट आ कार, वर्ब दी सैकेंड फॉर्म लगती है, बॉट इज़ अ सैकेंड फॉर्म। हुण की करना, आपां शफलिंग कर देनी ही दी ते अ कार दी। सब तो पहले आइडेंटिफाई कर लेना सबजैक्ट वर्ब एंड ऑब्जेक्ट, ठीक है। अ कार तुहाडा पहला लिखिया जाना आ, ठीक है, इन्हें अगे आ जाना, ही ने एंड ते चल जाना हिम बन के, ठीक है। बॉट जिहड़ी सैकेंड फॉर्म ते थर्ड फॉर्म भी यही हुंदी आ ते बॉट लिख देना। हुण इहदे नाल आपां की कर लेना, हैल्पिंग वर्ब ला देनी आ, वाज ते वर दे विचों एक लगनी। अ कार एक आ ते वाज लग गया, नाल प्रपोजिशन बाय लग गई। अ कार वाज बॉट बाय हिम, कि उन्हें कार खरीदी या कार उस द्वारा खरीदी गई। नैक्सट इज़ द पास्ट कंटीन्यूअस टेंस। ਇਹਦੇ ਵਿੱਚ ਕੀ ਹੁੰਦਾ ਆ, ਵਾਜ਼ ਵਰ ਲੱਗ ਕੇ ਬੀਂਗ ਲੱਗ ਜਾਣਾ थर्ड फॉर्म। ਸਾਰਾ ਵਾਜ਼ ਸਿੰਗਿੰਗ ਅ ਸੌਂਗ, ਅ ਸੌਂਗ ਨੇ ਪਹਿਲਾਂ ਆ ਜਾਣਾ। ਸਭ ਤੋਂ ਪਹਿਲਾਂ ਤਾਂ ਆਈਡੈਂਟੀਫਾਈ ਕਰ ਲੈਣਾ, ਸਾਰਾ ਸਬਜੈਕਟ ਹੈ, ਸਿੰਗਿੰਗ ਵਰਬ ਹੈ ਐਂਡ ਸੌਂਗ ਇਜ਼ ਅ ऑब्जेक्ट। ਕੀ ਹੋਣਾ ਹੁਣ, ਅ ਸੌਂਗ ਪਹਿਲਾਂ ਆ ਜਾਣਾ, ਸਾਰਾ ਨੇ ਐਂਡ 'ਤੇ ਚਲੇ ਜਾਣਾ, ਠੀਕ ਹੈ। ਸੌਂਗ ਇੱਕ ਆ, ਵਾਜ਼ ਵਰ 'ਚੋਂ ਵਾਜ਼ ਲੱਗਣਾ ਸੀ, ਸਿੰਗਿੰਗ ਦਾ ਸੰਗ ਬਣ ਜਾਣਾ, ਇੱਥੇ ਆ ਜਾਣਾ ਵਾਜ਼ ਬੀਂਗ। ਕੰਟੀਨਿਊਸ ਦੇ ਵਿੱਚ ਬੀਂਗ ਲੱਗਣਾ ਹੀ ਲੱਗਣਾ ਹੈ, ਅਤੇ ਲਾਸਟ 'ਤੇ ਲੱਗ ਗਿਆ ਬਾਏ। ਸੌਂਗ ਵਾਜ਼ ਬੀਂਗ ਸੰਗ ਬਾਏ ਸਾਰਾ, ਸਾਰਾ ਨੇ ਗੀਤ ਗਾਇਆ, ਗੀਤ ਸਾਰਾ ਦੁਆਰਾ ਗਾਇਆ ਗਿਆ, ਠੀਕ ਹੈ। ਨੈਕਸਟ ਇਜ਼ ਦ ਪਾਸਟ ਪਰਫੈਕਟ ਟੈਂਸ।
परफेक्ट विच तो सिंपली आप बीन ला लेना होंदा है, ठीक है, शफलिंग करके सब कुछ चेंज करके। हुण की आ, सबजैक्ट आ, वर्ब आ, दैन होमवर्क ऑब्जैक्ट आ। होमवर्क पहला आ गया, जै एंड ते चला गया, जै एंड होमवर्क इज़ एट द फर्स्ट। हुण हैड फिनिश्ड, इहदे विचकार तुसीं ला लेना बीन, ठीक है। फिनिश्ड भी थर्ड फॉर्म है, दैन हैड बीन लग गया विचकार दोवां दे, लास्ट ते बाय लग गया। इट्स ईजी, वेरी ईजी। होमवर्क हैड बीन फिनिश्ड बाय जै, जै ने होमवर्क फिनिश कर चुका है, तो होमवर्क जै द्वारा फिनिश किया गया है, ठीक है। नैक्सट इज़ अ सिंपल फ्यूचर टेंस। एक्टिव च हुंदा आ शी विल एक्सैप्ट द ऑफर। सबजैक्ट आ, एक्सैप्ट करना, स्वीकार करना, इज़ अ वर्ब, एंड ऑफर ऑब्जैक्ट, प्रपोजल जिन्हों कह दें, ठीक है। ਇਹਦੇ ਵਿੱਚ ਕੀ ਹੋਇਆ ਆ, ਆਪਾਂ ਹੁਣ ਸਵੈਪ ਕਰ ਦੇਣੇ ਆ ਸਬਜੈਕਟ ऑब्जेक्ट। शी ਦਾ ਬਣ ਜਾਂਦਾ ਹਰ, ਉੱਧਰ ਜਾ ਕੇ ਲਾਸਟ ਤੇ ऑफर ਦਾ ऑफर ਹੀ ਰਹਿਣਾ ਆ। विल एक्सैप्ट, विल ਦਾ विल भी बन ਜਾਂਦਾ ਬੱਚੇ। एक्सैप्टेड थर्ड फॉर्म ਹੁੰਦੀ एक्सैप्ट ਦੀ, ਤੇ विल ਦਾ ਬਣ ਜਾਣਾ विल बी। ਕੰਟੀਨਿਊਸ ਦੀ ਜਿਹੜੀ ਆ ਹੈਲਪਿੰਗ ਉਹ ਬਹੁਤ ਚੁੱਕ ਲੈਂਦਾ ਆ ਫਿਊਚਰ ਕੰਟੀਨਿਊਸ ਦੀ, ਤੇ ਲਾਸਟ ਤੇ ਲੱਗ ਗਿਆ ਬਾਈ। द ऑफर विल बी एक्सैप्टेड बाय हर, उन्हें ऑफर एक्सैप्ट किया, ऑफर उस द्वारा एक्सैप्ट किया गया, ठीक है। बोथ आर द सेम थिंग्स। नैक्सट इज़ द फ्यूचर परफेक्ट टेंस। हुण इहदे विच हैगा आई विल हैव चार्जड द बैटरी, कि मैं बैटरी चार्ज कर ली है। फर्स्ट वी हैव टू आइडेंटिफाई द सबजैक्ट, वर्ब एंड ऑब्जेक्ट। आई तुहाडा सबजैक्ट है, चार्जिंग इज़ अ वर्ब एंड बैटरी इज़ ऑब्जेक्ट। बैटरी तो वर्क हो रहा सी, बैटरी अगे आ गई, आए दा मी बन के एंड ते चला गया। बैटरी तुहाडी जिहड़ी आ फस्ट ते आ जानी आ। विल हैव तुहानूं दस्सिया परफेक्ट आ, हैव तो बाद च बीन लगा देना, बाकी सारा उही रहना आ। विल हैव बीन चार्जड बन जाना, विल हैव बीन चार्जड ते प्रपोजिशन लाती बाय। द बैटरी विल हैव बीन चार्जड बाय मी, कि बैटरी मैं चार्ज कर चुका हाँ, या बैटरी मेरे द्वारा चार्ज की गई है। इस तरीके नाल तुसीं जिहड़ा इस चीज़ नूं समझ सकते हो, ठीक है। इनू लर्न करन तो पहला या इनू समझण तो पहला तुहानूं वर्ब्स होणियां चाहीदियां, वर्ब्स फस्ट सैकेंड थर्ड फॉर्म, एंड आफ्टर दैट टेंसिस दे जिहड़े रूल्स आ वो बिल्कुल रट्टे होने चाहिए, दैन तुसीं ये कर सकते हो। थैंक यू, आई होप यू लाइक द वीडियो।